सूही महला पहला घर दूजा। एक ओंकार सतगुर प्रसाद। अंतर वसै न बाहर जाए। अमृत छोड़ काहे बिख खाए। ऐसा ज्ञान जपहु मन मेरे। हूबहु चाकर साचे केरे रहाउ। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल शब्दा अवतार। दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़मल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो। कल सूही राग की शुभ प्रारंभता हुई सी जिस विच पहले पातशाह सतगुरु श्री गुरु नानक देव साहिब जी महाराज ने दही नूं रिड़क के मक्खण कढ़ण का तरीका ये उदाहरण दे करके सानू समझाउण की कोशिश की कि भांडा धोए बैस धूप देवो। ये भाई जिवें माइयां बीबियां भांडियां नूं चंगी तरह पानी नाल धो के उसनूं खुशबूदार धूप भी दिखाउंदियां हन कि बर्तन विच बदबू जां खुटियाई आदक ना रह जावे अते घिओ दे विचों सुगंधी आवे। तो दुध को जावो तदों फिर दुध लैन नहीं जांदियां हन। इसे प्रकार पहला अपना अंतःकरण रूपी भांडा निष्काम कर्मा रूपी जल दे नाल धोना करो। फिर बैठ भाव चित्त नूं रोकण इंद्रियां नूं वश करन रूप धूप देना करो। मंद वासनावां दा बैठ भाव दब जाना अते शुभ वासनावां दा स्थित हो जा रूप धूप देना करो। तदों फिर सारे वेदां शास्त्रां दा सिद्धांत जो शक्ति बिरकरी करके कथन नहीं किया जाता उस गुरु उपदेश रूप दुध नूं लैण लई जावो। दूध कर्म फुन सुरत समायन गुर उपदेश रूपी दुध नूं नित दे श्रेष्ठ कर्म या गुर उपदेश नूं कमाउण रूप दुध काढ़ना करो। या काम क्रोध आदि दियां लकड़ां साड़ के गुर सेवा रूप तप दी अग दे नाल गुर उपदेश रूपी दुध काढ़ो। फिर श्रेष्ठ प्रीति ਜਾਂ ਸੁਰਤ ਚਿੱਤ ਨੂੰ ਇਕਾਗਰ ਕਰਨ ਨੂੰ ਜਾਗ ਲਾਵੋ। ਹੋਏ ਨਿਰਾਸ ਜਮਾਵੋ। हर संसार वालों दास उपराम हो रूप दही जमाना करो।
ਫਿਰ ਜਿਵੇਂ ਪ੍ਰਤੱਖ ਦੁੱਧ ਦੀ ਕੁੱਤਿਆਂ ਬਿੱਲੀਆਂ ਤੋਂ ਰਾਖੀ ਕਰਨੀ ਪੈਂਦੀ ਹੈ, ਇਸੇ ਪ੍ਰਕਾਰ ਲੋਭ ਰੂਪੀ ਕੁੱਤਿਆਂ ਦੇ ਪ੍ਰਮਾਣ ਵਿਪਰਜ ਆਦਿਕ ਬਿਰਤੀਆਂ ਨੂੰ ਬਿੱਲੀਆਂ ਤੋਂ ਰਾਖੀ ਕਰਨ ਲਈ ਸਤਿਗੁਰੂ ਜੀ ਫਰਮਾਉਂਦੇ ਨੇ, ਜਪੋ ਤਾਂ ਇੱਕੋ ਨਾਮ ਅਵਰ ਨਿਰਾਫਲ ਕੰਮ। ਜਿਸ ਦੁੱਧ ਦੀ ਰਾਖੀ ਚਾਹੁੰਦੇ ਹੋ ਤਾਂ ਫਿਰ ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਜਪੋ। ਇਸ ਅੰਤਰੀਵੀ ਦੁੱਧ ਦੀ ਰਾਖੀ ਲਈ ਨਾਮ ਤੋਂ ਬਿਨਾਂ ਹੋਰ ਸਭ ਕੰਮ ਨਿਸਫਲ ਹੀ ਹਨ। ਰਹਾਓ ਇਉ ਮਨ ਈਟੀ ਹਾਥ ਕਰੋ। ਫਿਰ ਨਿਸ਼ਚੇ ਰੂਪੀ ਚਾਟੀ ਦੇ ਵਿੱਚ ਵਿਵੇਕ ਰੂਪ ਮਧਾਣੀ ਪਾ ਕੇ ਇਸ ਮਨ ਦੇ ਸੰਕਲਪ ਵਿਕਲਪ ਰੂਪ ਈਟੀ ਗੁੱਲੀਆਂ ਨੂੰ ਸਾਮਦਮ ਸਾਧਨ ਰੂਪ ਹੱਥਾਂ ਵਿੱਚ ਫੜਨਾ ਕਰੋ। ਭਾਵ ਆਪਣੇ ਮਨ ਨੂੰ ਅਧੀਨ ਕਰਨ ਰੂਪੀ ਹੱਥਾਂ ਵਿੱਚ ਗੁੱਲੀਆਂ ਫੜਨਾ ਕਰੋ। ਹੁਣ ਨੇਤਰੋਂ ਨੀਂਦ ਨਾ ਆਵੇ, ਬੜੋ ਫਿਰ ਜੋ ਆਪ ਦੇ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਅਵਿਦਿਆ ਰੂਪ ਨੀਂਦ ਨਹੀਂ ਆਉਣ ਦੇਣੀ। ਇਹੀ ਨੇਤਰਾ ਰਸਾ ਪਾਉਣਾ ਕਰੋ। ਰਸਨਾ ਨਾਮ ਜਪੋ ਤਬ ਮਥੀਐ। ਜਦ ਰਸਨਾ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ ਕਰੋਗੇ ਤਦੋਂ ਹੀ ਗੁਰੂ ਉਪਦੇਸ਼ ਰੂਪੀ ਦੁੱਧ ਰਿੜਕਿਆ ਜਾਵੇਗਾ। ਇਨ ਵਿਧ ਅੰਮ੍ਰਿਤ ਪਾਵੋ। ਇੱਥੇ ਅੰਮ੍ਰਿਤ ਮੱਖਣ ਨੂੰ ਆਖਿਆ ਹੈ। ਇਸ ਤਰੀਕੇ ਨਾਲ ਗਿਆਨ ਬ੍ਰਹਮਾਨੰਦ ਰੂਪੀ ਮੱਖਣ ਤੁਸੀਂ ਪ੍ਰਾਪਤ ਕਰ ਲਵੋਗੇ। ਇਹ ਮਹਾਰਾਜ ਮੱਖਣ ਕੱਢ ਕੇ ਫਿਰ ਠਾਕੁਰਾਂ ਵਾਸਤੇ ਨੈਵੇਦ ਭੋਜਨ ਬਣਾ ਕੇ ਭੋਗ ਲਵਾਈ ਦਾ ਅਤੇ ਪੂਜਾ ਕਰੀਦੀ ਹੈ। ਇੱਧਰ ਇਹੋ ਜਿਹੀ ਵਿਧੀ ਕੀ ਹੈ? ਤਦ ਗੁਰੂ ਸਾਹਿਬ ਪੂਜਾ ਦਾ ਪ੍ਰਕਾਰ ਦੱਸਦੇ। ਇੱਕ ਵਿੱਚ ਅਨੇਕ ਭਾਵਨਾ ਕਰਦੇ ਹੋਏ ਮਨ ਨੂੰ ਸੰਪਟ ਕਥਨ ਕਰਕੇ ਫਰਮਾਉਂਦੇ ਨੇ। ਮਨ ਸੰਪਟ ਜਿਤ ਸਤ ਸਰਨਾਵਣ। ਇਹ ਭਾਈ ਜਿਵੇਂ ਪੰਡਿਤ ਲੋਕ ਠਾਕੁਰਾਂ ਨੂੰ ਇੱਕ ਡੱਬੇ ਦੇ ਵਿੱਚ ਬੰਦ ਕਰਕੇ ਰੱਖਦੇ ਨੇ, ਇੱਧਰ ਮਨ ਨੂੰ ਹੀ ਪਰਮੇਸ਼ਰ ਦੇ ਵਸਣ ਦਾ ਡੱਬਾ ਬਣਾਓ, ਜਿਸ ਦਾ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਸ਼ਰਵਣ ਮੰਨਨ ਨਿਧਿਆਸਨ ਰੂਪ ਇਸ਼ਨਾਨ ਕਰੇ, ਭਾਵਨ ਪਾਤੀ ਤ੍ਰਿਪਤ ਕਰੇ। ਫਿਰ ਭਾਵਨਾ ਸ਼ਰਧਾ ਰੂਪ ਤੁਲਸੀ ਦੇ ਪੱਤੇ ਚੜ੍ਹਾ ਕੇ ਜਾਂ ਪਾਤੀ ਪੱਤਲਾਂ ਦੇ ਵਿੱਚ ਭੋਜਨ ਪਾ ਕੇ ਮਾਲਕ ਪਰਮਾਤਮਾ ਨੂੰ ਪ੍ਰਸੰਨ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਜੋ ਪ੍ਰਾਣਾ ਪਰਯੰਤ ਦਾਸ ਹੋ ਕੇ ਸੇਵਾ ਟਹਿਲ ਕਰਨੀ ਹੈ, ਇਹੀ ਪੂਜਾ ਕਰੇ। ਜਾਂ ਜੋ ਪ੍ਰਾਣ ਅਰਪਣੇ ਭਾਵ ਸੇਵਕ ਹੋ ਕੇ ਸਵਾਸ ਸਵਾਸ ਸਿਮਰਨ ਭਜਨ ਕਰਨਾ, ਇਹੀ ਪਰਮੇਸ਼ਰ ਨੂੰ ਖੁਸ਼ ਕਰਨ ਲਈ ਪੂਜਾ ਕਰੇ। ਇਨ ਵਿਧ ਸਾਹਿਬ ਰਵਤ ਰਹਿ। ਇਸ ਤਰੀਕੇ ਦੇ ਨਾਲ ਮਾਲਕ ਪਰਮੇਸ਼ਰ ਦੇ ਜਸ ਨੂੰ ਸਦਾ ਹੀ ਉਚਾਰਦਾ ਰਹੇ। ਜਾਂ ਇਸ ਤਰੀਕੇ ਨਾਲ ਪਰਮੇਸ਼ਰ ਦੇ ਵਿੱਚ ਸਮਾਏ ਅਭੇਦ ਹੋਏ ਰਹੀਦਾ ਹੈ। ਕਹਿਦੇ ਕਹੇ ਕਹੀ ਕਹਿ ਜਾਵੇ। ਪਰਮੇਸ਼ਰ ਦੇ ਸਿਮਰਨ ਰੂਪ ਪੂਜਾ ਤੋਂ ਬਿਨਾਂ ਹੋਰ ਅਨਾਤਮ ਪੂਜਾ ਬਾਰੇ ਕਹਿਣ ਵਾਲੇ ਆਖਦੇ ਹੋਏ ਆਖ ਆ ਕੇ ਜਾਂ ਵੇਦਾਂ ਸ਼ਾਸਤਰਾਂ ਦੀਆਂ ਕਹੀਆਂ ਹੋਈਆਂ ਕਥਾਵਾਂ ਨੂੰ ਆਖ ਆ ਕੇ ਪਰਲੋਕ ਨੂੰ ਚਲੇ ਜਾ ਰਹੇ ਹਨ। ਤੁਮ ਸਾਰੇ ਅਵਰ ਨਾ ਕੋਈ, ਪਰ ਹੇ ਪਰਮੇਸ਼ਰ ਤੁਹਾਡੇ ਸਦਰਸ਼ ਸੰਸਾਰ ਵਿੱਚ ਹੋਰ ਕੋਈ ਵੀ ਨਹੀਂ ਹੈ। ਭਗਤ ਹੀਣ ਨਾਨਕ ਜਨ ਜੰਪੈ।
ਮਹਾਰਾਜ ਫਰਮਾਉਂਦੇ ਕਿ ਦਾਸਾ ਭਾਵ ਧਾਰਨ ਕਰਕੇ ਮਹਾਰਾਜ ਵਿਚਾਰਦੇ ਕਿ ਦੁਨੀਆ ਦੀ ਦ੍ਰਿਸ਼ਟੀ ਵਿੱਚ ਭਾਵੇਂ ਅਸੀਂ ਟਲ ਨਾ ਖੜਕਾਉਣ, ਧੂਪ ਨਾ ਦਿਖਾਉਣ, ਦੇ ਦੀਵੇ ਆਦਿਕ ਨਾ ਜਗਾਉਣਾ ਕਰਕੇ ਭਗਤੀ ਤੋਂ ਹੀਣੇ ਆ, ਪਰ ਹਉਸਾ ਲਾਹੀ ਸੱਚਾ ਸੋਈ। ਅਸੀਂ ਤਾਂ ਉਸ ਸਤ ਸਰੂਪ ਪਰਮੇਸ਼ਰ ਨੂੰ ਹਮੇਸ਼ਾ ਹੀ ਸਲਾਉਂਦੇ ਰਹਿੰਦੇ ਆ। ਤੁਸੀਂ ਵੀ ਸਲਾਓ। ਆਓ ਇਸ ਤੋਂ ਅਗਲੀ ਕਥਾ ਪਿਆਰ ਨਾਲ ਸਰਵਣ ਕਰੋ ਜੀ। ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਹੀ ਮਹਲਾ ਪਹਿਲਾ। ਜਦੋਂ ਸਿੱਧਾਂ ਦੇ ਪਰਥਾਏ ਸਤਿਗੁਰਾਂ ਨੇ ਇਹ ਭਾਂਡਾ ਤੋਏ ਬੈਸ ਧੂਪ ਦੇਵੋ ਵਾਲਾ ਸ਼ਬਦ ਉਚਾਰਿਆ ਤਾਂ ਸੁਣ ਕੇ ਸਿੰਘਾਂ ਨੇ ਸਤਿਗੁਰਾਂ ਦੇ ਚਰਨ ਫੜ ਲਏ ਔਰ ਬੇਨਤੀ ਕੀਤੀ ਕਿ ਮਹਾਰਾਜ ਇਹ ਮਨ ਕਿਵੇਂ ਟਿਕਦਾ ਹੈ। ਤਦ ਸੁਣ ਕੇ ਸਤਿਗੁਰੂ ਜੀ ਸੂਹੀ ਰਾਗ ਅੰਦਰ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਿੱਧਾਂ ਦੇ ਪਰਥਾਏ ਘਰ ਦੂਜੇ ਘਰ ਸੁਰ ਤਾਲ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ। ਦੂਜਾ ਰਾਗੀਆਂ ਨੂੰ ਬੇਨਤੀ ਹੈ ਕਿ ਜਦ ਵੀ ਇਹ ਸ਼ਬਦ ਦਾ ਕੀਰਤਨ ਕਰਨਾ ਹੈ ਤਾਂ ਦੂਜੇ ਘਰ ਦੂਜੇ ਸੁਰ ਤਾਲ ਦੇ ਵਿੱਚ ਕਰੋ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤ ਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਐਸਾ ਗਿਆਨ ਜਪਹੁ ਮਨ ਮੇਰੇ। ਸ਼ਬਦ ਇੱਥੋਂ ਆਰੰਭ ਨਹੀਂ ਹੁੰਦਾ, ਇਹ ਰਹਾਉ ਵਾਲੀ ਪੰਕਤੀ ਹੈ। ਰਹਾਉ ਵਾਲੀ ਪੰਕਤੀ ਤੋਂ ਅਰਥ ਚੁੱਕਾਂਗੇ ਤਾਂ ਵਿਵਸਥਾ ਸਹੀ ਬੈਠੇਗੀ। ਇਹ ਮੇਰੇ ਮਨਾ ਅਜਿਹਾ ਗਿਆਨ ਸਮਝ ਕੇ ਪਰਮੇਸ਼ਰ ਨੂੰ ਜਾਪ। ਬਹੁ ਚਾਕਰ ਸਾਚੇ ਕੀਰੇ। ਹਰ ਸੱਚੇ ਪਰਮੇਸ਼ਰ ਦੇ ਚਾਕਰ ਦਾਸ ਹੋਣਾ ਕਰ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅੰਤਰ ਵਸੈ ਨਾ ਬਾਹਰ ਜਾਏ। ਫਿਰ ਉਹ ਪਰਮੇਸ਼ਰ ਤੇਰੇ ਅੰਦਰ ਹੀ ਵਸ ਰਿਹਾ। ਉਹਨੂੰ ਖੋਜਣ ਲਈ ਬਾਹਰ ਜੰਗਲਾਂ ਉਜਾੜਾਂ ਸੰਕਲਪਾਂ ਵਿਕਲਪਾਂ ਦੇ ਵਿੱਚ ਨਾ ਜਾ। ਭਾਵ ਅੰਤਰਮੁਖ ਬਿਰਤੀ ਕਰਕੇ ਨਾਮ ਦੇ ਵਿੱਚ ਜੁੜਿਆ ਰਹੋ। ਇਸੇ ਪ੍ਰਕਾਰ ਅੰਤਰ ਵਸੈ ਨਾ ਬਾਹਰ ਜਾਏ। ਜਦ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤਦ ਇਹ ਜਿਹੜਾ ਮਨ ਹੈ ਬਾਹਰ ਜਾਣ ਜੋਗਾ ਨਹੀਂ ਰਹਿੰਦਾ। ਭਾਵ ਜਿਵੇਂ ਪਿੰਗਲਾ ਆਦਮੀ ਪੈਰਾਂ ਨਾਲ ਤੁਰ ਨਹੀਂ ਸਕਦਾ, ਇਉਂ ਸ਼ੁੱਧ ਮਨ ਆਪਣੇ ਸੰਕਲਪ ਵਿਕਲਪ ਰੂ ਪੈਰਾਂ ਨਾਲ ਬਾਹਰ ਨਹੀਂ ਜਾਂਦਾ। ਜਿਵੇਂ ਕਿ ਭਗਤ ਰਾਮਾਨੰਦ ਜੀ ਨੇ ਬਸੰਤ ਰਾਗ ਦੇ ਵਿੱਚ ਉਚਾਰਿਆ, ਮੇਰਾ ਚੇਤਨਾ ਚੱਲੈ ਮਨ ਭਇਓ ਪੰਗ। ਪੰਗ ਦਾ ਮਤਲਬ ਕੀ ਆ? ਪਿੰਗਲਾ, ਲੱਤਾਂ ਤੋਂ ਬਗੈਰ। ਮਨ ਦੀਆਂ ਲੱਤਾਂ ਕਿਹੜੀਆਂ ਨੇ? ਸੰਕਲਪ ਤੇ ਵਿਕਲਪ। ਇਹ ਪੈਰਾਂ ਤੋਂ ਲੱਤਾਂ ਤੋਂ ਬਗੈਰ ਜੋ ਹੋ ਗਿਆ। ਹੁਣ ਮੇਰਾ ਚਿੱਤ ਕਿਤੇ ਵੀ ਨਹੀਂ ਜਾਂਦਾ। ਜਿੱਤ ਲਾਈਆਂ ਤਿੱਤੈ ਲੱਗਦੀਆਂ ਨਾ ਖਿੰਜੋ ਤਾੜਾ। ਇਹ ਮਾਨੀ ਰਿਮੋਟ ਕੰਟਰੋਲ ਹੈ ਜਿਹੜਾ ਅੱਖਾਂ ਨੂੰ ਕਹਿੰਦਾ ਕਿ ਉਹ ਫਲਾਣੇ ਪਾਸੇ ਵੇਖ, ਜ਼ਬਾਨ ਨੂੰ ਕਹਿੰਦਾ ਕਿ ਨਿੰਦਿਆ ਕਰ। ਜਦ ਮਨ ਹੀ ਟਿਕ ਗਿਆ ਤਾਂ ਫਿਰ ਇੰਦਰੀਆਂ ਨੂੰ ਹੁਣ ਜਿੱਧਰ ਮਰਜ਼ੀ ਲਾ ਦਿਓ। ਜੀ ਅੱਖਾਂ ਨੂੰ ਕਹੋ ਵੀ ਗੁਰੂ ਗ੍ਰੰਥ ਸਾਹਿਬ ਵੱਲ ਵੇਖਦੇ ਰਹਿਣਾ 2 ਘੰਟੇ,
ਨਿਗਾਹ ਪੁੱਟ ਕੇ ਇੱਧਰ ਉੱਧਰ ਨਹੀਂ ਦੇਖਣਾ, ਮਹਾਰਾਜ ਵੱਲ ਵੇਖਣਾ। ਅੱਖਾਂ ਗੁਰੂ ਸਾਹਿਬ ਦੇ ਹੀ ਦਰਸ਼ਨ ਕਰਨਗੀਆਂ। ਜੇ ਜ਼ਬਾਨ ਨੂੰ ਕਹਿ ਦਿੱਤਾ ਵੀ ਭਲੀਏ ਮਾਨਸੇ ਤੂੰ ਗੁਰਬਾਣੀ ਦਾ ਪਾਠ ਪੜ੍ਹ, ਤਾਂ ਉਹ ਮਹਾਰਾਜ ਦੀ ਬਾਣੀ ਪੜ੍ਹਨ ਵਿੱਚ ਲੱਗ ਗਈ। ਕੰਨਾਂ ਨੂੰ ਕਹਿ ਦਿੱਤਾ ਕਿ ਤੂੰ ਹੋਰ ਕੋਈ ਰੌਲਾ ਨਹੀਂ ਸੁਣਨਾ, ਬਾਣੀ ਨੂੰ ਸੁਣ। ਇੰਝ ਜਿਹੜੇ ਗੁਰਮੁਖ ਨੇ ਉਹਨਾਂ ਦਾ ਮਨ ਪਿੰਗਲਾ ਹੋ ਜਾਂਦਾ, ਫੁਰਨਿਆਂ ਤੋਂ ਰਹਿਤ ਹੋ ਜਾਂਦਾ। ਇੰਦਰੀਆਂ ਦਾ ਕੰਟਰੋਲਣ ਵੀ ਮਨ ਹੀ ਹੈ, ਜੇ ਇਹਨੂੰ ਸੁਧਾਰ ਲਿਆ ਫਿਰ ਇੰਦਰੀਆਂ ਆਪਣੇ ਆਪ ਹੀ। ਸੋ ਇਸ ਵਾਸਤੇ ਜਿੱਧਰ ਨੂੰ ਲਾਵਾਂਗੇ ਉੱਧਰ ਲੱਗਣਗੀਆਂ। ਪਾਤਸ਼ਾਹ ਜੀ ਫਰਮਾਉਂਦੇ ਨੇ, ਅੰਤਰ ਵਸੈ ਨਾ ਬਾਹਰ ਜਾਏ। ਜਦ ਪਰਮੇਸ਼ਰ ਤੇਰੇ ਅੰਦਰ ਹੀ ਵਸ ਰਿਹਾ ਤੇ ਤੂੰ ਬਾਹਰ ਕੀ ਭੱਜਾ ਫਿਰਦਾ ਹੈ? ਆਪਦੇ ਮਨ ਨੂੰ ਅੰਦਰ ਕਿਉਂ ਨਹੀਂ ਵਾੜਦਾ? ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਤੂੰ ਕੀ ਭਰਮ ਦੇ ਵਿੱਚ ਭੁੱਲਾ ਹੋਇਆ ਹੈ? ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਐਵੇਂ ਕਾਹਦੇ ਵਾਸਤੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਨੂੰ ਖਾਂਦਾ ਪਿਆ ਹੈ? ਤੂੰ ਤਾਂ ਗੁਰਮੁਖ ਹੈ, ਤੂੰ ਤਾਂ ਅੰਮ੍ਰਿਤ ਛਕ, ਤੂੰ ਆਪਣਾ ਵਿਸ਼ਿਆਂ ਦੀ, ਮਾਇਆ ਦੀ, ਨਸ਼ਿਆਂ ਦੀ ਜ਼ਹਿਰ ਦੇ ਵਿੱਚ ਕਿਉਂ ਰੁੱਝਾ ਹੋਇਆ ਹੈ? ਐਸਾ ਗਿਆਨ ਜਪਹੁ ਮਨ ਮੇਰੇ। ਇਹ ਮੇਰੇ ਮਨਾ ਅਜਿਹਾ ਗਿਆਨ ਜਾਣ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਰਮੇਸ਼ਰ ਦਾ ਨਾਮ ਜਪਣਾ ਕਰ। ਹੋਵਹੁ ਚਾਕਰ ਸਾਚੇ ਕੇਰੇ। ਹਰ ਸੱਚੇ ਪਰਮੇਸ਼ਰ ਦੇ ਦਾਸ ਹੋਣਾ ਕਰ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗਿਆਨ ਧਿਆਨ ਸਭ ਕੋਈ ਰਵੈ। ਇਹ ਸਿੱਧੂ ਨਿਰਗੁਣ ਸਰੂਪ ਦੇ ਗਿਆਨ ਅਤੇ ਸਰਗੁਣ ਸਰੂਪ ਦੇ ਧਿਆਨ ਦੀਆਂ ਗੱਲਾਂ ਨੂੰ ਤਾਂ ਸਭ ਕੋਈ ਹੀ ਉਚਾਰਨ ਕਰਦੇ ਨੇ। ਜਿਹੜੇ ਮੇਰੇ ਵਰਗੇ ਗੁਣੀ ਗਿਆਨੀ ਨੇ ਉਹ ਗੱਲਾਂ ਗੱਲਾਂ ਦੇ ਵਿੱਚ ਹੀ ਰੱਬ ਮਿਲਾ ਦਿੰਦੇ ਨੇ, ਪਰ ਪੱਲੇ ਕੱਖ ਹੁੰਦਾ ਨਹੀਂ। ਬਾਬੇ ਫਰੀਦ ਨੇ ਆਖਿਆ, ਗਿਆਨ ਨਾ ਗੱਲੀ ਢੂਡੀ ਹੈ, ਕਥਨਾ ਕਰੜਾ ਸਾਰ। ਫਰੀਦ ਸਾਹਿਬ ਕਹਿੰਦੇ ਨੇ ਕਿ ਧੋਖਾ ਜਿਉ ਮਾਲੀ ਹੀ ਕਾਰਨ ਤਿੰਨਾ ਮਾਂ ਪਿਰੇ। ਇੱਕ ਟੋਢੇਂਦੀ ਨਾਲ ਹਾ, ਕਹਿੰਦੇ ਵੀ ਇੱਕ ਫਰੀਦਾ ਗੱਲੀ ਸੋ ਸੱਜਣ ਵੀ ਹੈ। ਗੱਲਾਂ ਵਾਲੇ ਤੁਹਾਨੂੰ 20 ਸੱਜਣ ਮਿਲ ਪੈਣਗੇ, ਜਿਹੜੇ ਬਿਨ ਬੁਲਾਏ ਤੋਂ ਮਿੱਤਰ ਬਣਨਗੇ। ਆਪ ਤਾਂ ਵਿਹਲੇ ਨੇ। ਆਖੇ ਮੈਂ ਸੋਚਿਆ ਵੀ ਚਲੋ ਮੈਂ ਵਿਹਲਾ ਹਾਂ ਤੇ ਮੈਂ ਮਿਲ ਹੀ ਆਵਾਂ। ਬੰਦਾ ਪੁੱਛੇ ਤੂੰ ਤਾਂ ਵਿਹਲਾ ਤੇ ਆਪਾਂ ਥੋੜ੍ਹੋ ਵਿਹਲੇ ਹਾਂ। ਤੇ ਇਸ ਤਰੀਕੇ ਦੇ ਨਾਲ ਫਰੀਦ ਸਾਹਿਬ ਕਹਿੰਦੇ ਨੇ, ਗਿਆਨ ਦੀਆਂ ਗੱਲਾਂ ਕਰਨ ਵਾਲੇ ਤੁਹਾਨੂੰ 20 ਸੱਜਣ ਮਿਲ ਪੈਣਗੇ। ਆ ਮੈਂ ਟਾਇਰਾਂ ਦਾ ਪੈਂਚਰ ਲਵਾਉਣ ਗਿਆ। ਆ ਖਾਣ ਦੀ ਸ਼ੌਪ ਹੈ, ਪੈਂਚਰ ਦੀ ਦੁਕਾਨ, ਤੇ ਉੱਥੇ ਬੈਠਾ ਮੈਂ ਪੜ੍ਹਿਆ, ਉਹਨਾਂ ਲਿਖ ਕੇ ਲਾਇਆ कि यहाँ सभी ज्ञानी हैं, यहाँ ज्ञान ना बांटे। मैनू गल बड़ी चंगी लगी। मतलब कहण दा भी फजूल दियां जिहड़ियां गल्लां ने जिन्हां नूं आपां ज्ञान समझदे हां भी फलानी जगह होया, फलानी जगह होया, तैनूं पता ही हो उत्थे की हो रहा जां आउण वाले समय च की बनेगा। वो अगले ने काम करना। जे काम वाले का ध्यान तुसीं वंड दिओगे, ड्राइवर नाल गल्लां मारोगे तो वो तुहानूं ठोकूगा। किसी दरखत दे विच, किसी गड्डी च माफ़ करना पानी जी सुट दूगा। साडे एक सिंह मारिया गया,
माफ़ करना, रब वर्गी रूह सीगी। वो गल्लां सुनन दे मारन दे चस्के ਉਹਨੂੰ ਪਿੱਛਾ ਭੌਂ ਕੇ ਵੇਖਣ ਲੱਗ ਪਿਆ। ਜਿਹੜਾ ਡਰਾਈਵਰ ਸੀਗਾ ਉਹ ਮੂਰਖਾ ਕੇ ਸਕੂਲ ਦੀ ਗੱਡੀ ਆ ਰਹੀ, ਤੂੰ ਉਹਦੇ ਵੱਲ ਵੇਖ, ਪਿੱਛਾ ਭੌਂ ਕੇ ਕੀ ਵੇਖ ਰਿਹਾ। ਗੱਲਾਂ ਕਰਨ ਵਾਲੇ ਦੀ ਵੀ ਗਲਤੀ, ਸਭ ਤੋਂ ਵੱਡੀ ਗਲਤੀ ਡਰਾਈਵਰ ਦੀ। ਗੱਡੀ ਠੋਕਦੀ ਸਕੂਲ ਵਾਲੀ ਗੱਡੀ 'ਚ, ਨਾਲੇ ਤਾਂ ਨਿਆਣੇ ਫੱਟੜ, ਨਾਲੇ ਸਿੰਘ ਇੱਕ ਪਿੱਛੇ ਬੈਠਾ। ਤੋ ਇਸ ਵਾਸਤੇ ਗੱਲਾਂ ਦੇ ਨਾਲ ਨੁਕਸਾਨ ਹੁੰਦਾ ਹੈ। ਅਗਲੇ ਨੇ ਪੈਂਚਰ ਲਾਉਣਾ, ਆਪਦਾ ਕੰਮ ਕਰਨਾ, ਤੁਸੀਂ ਉਹਦਾ ਧਿਆਨ ਵੰਡ ਰਹੇ ਹੋ। 4 ਗੱਡੀਆਂ ਹੋਰ ਲਾਈਨ 'ਚ ਖੜੀਆਂ ਨੇ। ਤੋ ਕਥਾ ਵਾਲੀ ਜਗ੍ਹਾ ਹੋਰ ਹੁੰਦੀ ਹੈ, ਅਤੇ ਗੁਰੂ ਘਰ ਦੀ ਮਰਿਆਦਾ ਹੈ ਕਿ ਇੱਕ ਬੰਦਾ ਬੋਲਦਾ ਹੈ, ਬਾਕੀ ਸੁਣਦੇ ਨੇ। ਅਰਦਾਸ ਦੀ ਵੀ ਇਹੀ ਮਰਿਆਦਾ। ਜੇ ਸਾਰੇ ਹੀ ਬੋਲਣ ਲੱਗ ਪੈਣ ਫਿਰ ਕੋਈ ਸਮਝ ਨਹੀਂ ਆਊਗੀ। ਅਤੇ ਬੋਲਣ ਵਾਲੇ ਨੂੰ ਇਹ ਹੁਕਮ ਹੁੰਦਾ ਹੈ ਕਿ ਆਪ ਦੇ ਕੋਲੋਂ ਕੋਈ ਗਿਆਨ ਨਹੀਂ ਵੰਡਣਾ। ਗਿਆਨ ਤਾਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ 1430 ਅੰਗਾਂ 'ਤੇ ਲਿਖਿਆ ਹੋਇਆ, ਉਹ ਤਾਂ ਸਾਥੋਂ ਪੜ੍ਹਿਆ ਨਹੀਂ ਜਾਂਦਾ। ਗੱਲਾਂ ਕਰਨ ਨੂੰ ਆਪਾਂ ਸ਼ੇਰ ਹਾਂ, ਢੇਰਾਂ ਦੇ ਢੇਰ। ਗੱਲ ਕਰਨ ਦਾ ਤਾਂ ਟਾਈਮ ਮਿਲਣਾ ਹੀ ਨਹੀਂ ਚਾਹੀਦਾ, ਕਿਉਂਕਿ ਬਾਣੀਓ ਹੀ ਇੰਨੀ ਲਿਖ ਦਿੱਤੀ ਗੁਰੂ ਸਾਹਿਬ ਨੇ, ਇਹ ਤੋਂ ਬਾਹਰ ਆਪਾਂ ਜਾ ਹੀ ਨਹੀਂ ਸਕਦੇ। ਅਤੇ ਇਸ ਵਾਸਤੇ ਜੇ ਤੁਸੀਂ ਗੱਲਾਂ ਸੁਣਨੀਆਂ ਚਾਹੋਗੇ ਤਾਂ ਤੁਹਾਨੂੰ ਸਾਰੇ ਗਿਆਨੀ ਮਿਲਣਗੇ, ਪਰ ਫਰੀਦ ਸਾਹਿਬ ਸੱਜਣ ਵੀ ਇੱਕ ਢੁੰਡੇਂਦੀ ਨਾਲ, ਹਾਂ ਰੱਬ ਨੂੰ ਮਿਲਾਉਣ ਵਾਲਾ ਜਾਂ ਕਮਾਈ ਵਾਲਾ ਸੱਜਣ ਤੁਹਾਨੂੰ ਇੱਕ ਵੀ ਨਹੀਂ ਮਿਲੇਗਾ। ਕਰੋੜਾਂ ਦੇ ਵਿੱਚੋਂ ਇੱਕ ਅੱਧ ਨਾਈ ਰਸੀਅੜਾ ਕਾ ਵਿਰਲੀ ਜਾਈ ਉੱਠੀ, ਅਰ ਉਹ ਬੋਲੇਗਾ ਨਹੀਂ। ਸੰਤਾਂ ਨੂੰ ਲੋਕ ਪੈਸੇ ਦਿੰਦੇ ਨੇ ਵੀ ਬਾਬਾ ਜੀ ਬੋਲੋ, ਮਠਿਆਈ ਦੇ ਡੱਬੇ ਚੜਾਉਂਦੇ ਨੇ ਵੀ ਲਓ ਬਾਬਾ ਜੀ ਬਰਫੀ ਦਾ ਪ੍ਰਸ਼ਾਦ, ਰੋਟੀਆਂ ਖਵਾਉਂਦੇ ਨੇ ਵੀ ਲਓ ਬਾਬਾ ਜੀ ਬੋਲੋ ਕੁਛ ਸਾਡਾ ਭਲਾ ਹੋਵੇ, ਪਰ ਉਹ ਨਹੀਂ ਬੋਲਦੇ। ਮਹਾਂਪੁਰਖ ਹੰਸਾਲੀ ਵਾਲੇ ਬਾਬਾ ਜੀ ਸੰਗਤਾਂ ਦੱਸਦੀਆਂ, ਉਹਨਾਂ ਇਹੀ ਕਹਿਣਾ ਭਲਾ ਭਲਾ, ਬਸ 2 ਅੱਖਰਾਂ 'ਚ ਗੱਲ ਨਿਬੇੜ ਦੇਣੀ। ਤੋ ਜਿਨ੍ਹਾਂ ਕੋਲ ਗਿਆਨ ਹੈ ਉਹ ਸਿਫਾਰਿਸ਼ ਨਾਲ ਵੀ ਨਹੀਂ ਬੋਲਦੇ, ਅਤੇ ਜਿਨ੍ਹਾਂ ਦੇ ਪੱਲੇ ਕੁਛ ਹੈ ਨਹੀਂ ਕਰਨੀ ਕਮਾਈ, ਉਹ ਬਿਨਾਂ ਮਤਲਬ ਤੋਂ ਹੀ ਗਿਆਨ ਵੰਡੀ ਜਾਂਦੇ। ਪਾਤਸ਼ਾਹ ਜੀ ਕਥਨ ਕਰਦੇ, ਇਹ ਸਿੱਧੋ ਨਿਰਗੁਣ ਸਰੂਪ ਦੇ ਗਿਆਨ ਦੇ ਸਰਗੁਣ ਸਰੂਪ ਦੇ ਧਿਆਨ ਦੀਆਂ ਗੱਲਾਂ ਨੂੰ ਤਾਂ ਸਭ ਕੋਈ ਕਰਨੀਆਂ ਸਿੱਖ ਜਾਂਦਾ। ਲੋਕ ਗੱਲਾਂ ਦਾ ਖੱਟਿਆ ਖਾਂਦੇ ਨੇ। ਆਹ ਜਿਹੜੇ ਵਕੀਲ ਨੇ, ਵੇਖੋ ਵਕੀਲ ਕੋਈ ਕੰਮ ਨਹੀਂ, ਗੱਲਾਂ ਦੇ ਪੈਸੇ ਨੇ। ਜਿੰਨਾ ਕੋਈ ਵਧੀਆ ਗੱਲਾਂ ਕਰਨਾ ਜਾਣਦਾ, ਛਲ ਫਰੇਬ ਦੀਆਂ, ਚੁਸਤੀ ਚਲਾਕੀ ਦੀਆਂ, ਝੂਠ ਪਤਾਣ ਦੀਆਂ, ਉਨੀ ਉਹਦੀ ਜ਼ਿਆਦਾ ਫੀਸ ਹੈ। ਅਖੇ ਜੀ 50,000 ਤੋਂ ਬਗੈਰ ਤਾਂ ਸਰਦਾ ਹੀ ਨਹੀਂ। ਫਿਕਸ ਇੱਕ ਕੇਸ ਦਾ 50,000 ਰੁਪਈਆ ਤਾਂ ਇੱਥੇ ਰੱਖੋ, ਬਾਕੀ ਬਾਅਦ 'ਚ ਵੇਖਾਂਗੇ ਜਿਵੇਂ ਜਿਵੇਂ ਅੱਗੇ ਵਧੂਗਾ। ਤੋ ਇਸ ਤਰੀਕੇ ਦੇ ਨਾਲ ਮਾਰੇ ਕਹਿੰਦੇ ਵੀ ਗੱਲਾਂ ਗਿਆਨੀਆਂ ਧਿਆਨੀਆਂ ਦੇ ਕੋਲੋਂ ਚੁਟਕਲੇ, ਸਟੋਰੀਆਂ, ਕਿੱਸੇ, ਕਹਾਣੀਆਂ ਜੋ ਮਰਜ਼ੀ ਤੁਸੀਂ ਸੁਣ ਲਓ, ਪਰ ਇੱਕ ਪਰਮੇਸ਼ਰ ਦਾ ਨਾਮ ਨਹੀਂ ਤੁਹਾਨੂੰ ਸੁਣਨ ਨੂੰ ਮਿਲੇਗਾ। ਬਾਂਧਨ ਬਾਂਧਿਆ ਸਭ ਜਗ ਭਵੈ। ਗਿਆਨ ਦੀਆਂ ਗੱਲਾਂ ਲੋਕ ਬਥੇਰੀਆਂ ਕਰਦੇ, ਪਰ ਹਿਰਦੇ ਅੰਦਰ ਧਾਰਨ ਕਰੇ ਤੋਂ ਬਗੈਰ ਬੰਧਨਾਂ ਵਿੱਚ ਬੱਝਿਆ ਹੋਇਆ ਸਾਰਾ ਸੰਸਾਰ ਭੌਂਦਾ ਫਿਰਦਾ ਹੈ। ਕਾਮ, ਕ੍ਰੋਧ, ਹੰਗਤਾ, ਮਮਤਾ, ਕਰਤਾ ਭੋਗਤਾ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਜੀਵ ਸਾਰੇ ਜਗਤ ਦੀਆਂ ਜੂਨਾਂ ਦੇ ਵਿੱਚ ਭੌਂਦਾ ਫਿਰਦਾ ਹੈ। ਸੇਵਾ ਕਰੇ ਸੋ ਚਾਕਰ ਹੋਏ। ਇਹ ਸਿੱਧੋ ਗੁਰਮਤਿ ਦਾ ਤਾਂ ਇਹ ਨਿਰਣਾ ਹੈ ਕਿ ਜੋ ਪ੍ਰਤੱਖ ਜਾਂ ਪਰਮੇਸ਼ਰ ਦੀ ਭਗਤੀ ਰੂਪ ਟਹਿਲ ਕਰਦਾ ਹੈ, ਅਸਲ ਦੇ ਵਿੱਚ ਉਹੀ ਚਾਕਰ, ਉਹੀ ਸੇਵਕ ਹੁੰਦਾ ਹੈ। ਜਲ ਥਾਲ ਮਹੀਲ ਰਵ ਰਹਿਆ ਸੋਏ। ਫਿਰ ਉਹ ਸੇਵਕ ਦਾ ਐਸਾ ਨਿਸ਼ਚਾ ਬਣ ਜਾਂਦਾ ਹੈ
ਕਿ ਉਹ ਪਰਮੇਸ਼ਰ ਜਲ ਵਾਲੀਆਂ ਥਾਵਾਂ ਅਤੇ ਥਲ ਖੁਸ਼ਕ ਥਾਵਾਂ, ਮਹੀ ਧਰਤੀ ਅਰ ਅਲ ਆਕਾਸ਼ ਆਦਿਕ ਸਭ ਥਾਵਾਂ ਦੇ ਵਿੱਚ ਵਿਆਪਕ ਹੋ ਰਿਹਾ, ਮਿਲ ਰਿਹਾ ਹੈ। ਇਸੇ ਪ੍ਰਕਾਰ ਜਲ ਥਲ ਮਹੀਲ ਰਵ ਰਹਿਆ ਸੋਇ। ਜਲ ਦੀ ਤਰ੍ਹਾਂ ਉੱਤਮ ਅਧਿਕਾਰੀ, ਥਲ ਦੀ ਤਰ੍ਹਾਂ ਕਨਿਸ਼ਟ ਅਧਿਕਾਰੀ, ਪ੍ਰਿਥਵੀ ਦੀ ਤਰ੍ਹਾਂ ਬੁੱਧੀਮਾਨ, ਅਰ ਆਕਾਸ਼ ਦੀ ਤਰ੍ਹਾਂ ਦਸਮ ਦੁਆਰ ਆਦਿਕ ਸਭ ਥਾਈਂ ਉਹ ਵਾਹਿਗੁਰੂ ਵਿਆਪਕ ਹੋ ਰਿਹਾ ਹੈ। ਹਮ ਨਹੀਂ ਚੰਗੇ, ਅਸੀਂ ਚੰਗੇ ਨਹੀਂ ਹਾਂ। ਆਮ ਤੌਰ 'ਤੇ ਆਪਾਂ ਮੂੰਹ ਦੇ ਮੀਆਂ ਮਿੱਠੂ ਹਾਂ, ਸ਼ੇਖ ਚਿਲੀ ਸ਼ੇਖੀ ਮਾਰ। ਆਪ ਦੀ ਤਾਂ ਆਪਣੇ ਮੂੰਹ ਤੋਂ ਉਸਤਤੀ ਕਰਦੇ ਥੱਕਦੇ ਨਹੀਂ ਕਿ ਮੇਰੇ ਵਿੱਚ ਆਹ ਗੁਣ ਹੈ, ਮੈਂ ਆਹ ਕੀਤਾ, ਮੈਂ ਉਹ ਕੀਤਾ। ਦੂਜੇ ਦੇ ਔਗਣ ਜ਼ਾਹਰ ਕਰਦੇ ਹਾਂ। ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਕਬੀਰ ਜੀ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਸਭ ਤੋਂ ਮੈਂ ਬੁਰਾ ਹਾਂ, ਬਾਕੀ ਸਭ ਸੰਸਾਰ ਚੰਗਾ ਹੈ। ਜਿੰਨੇ ਗੱਲ ਸਮਝ ਲਈ ਉਹੀ ਸਾਡਾ ਮਿੱਤਰ ਹੈ। ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਕਿਸੇ ਨੂੰ ਮੰਦਾ ਬਚਨ ਨਹੀਂ ਬੋਲਿਆ। ਵੇਖੋ ਪਿਤਾ ਜੀ ਨੇ ਗੁਰੂ ਸਾਹਿਬ ਨੂੰ ਤਾੜਨਾ ਕੀਤੀ, ਗੁਰੂ ਸਾਹਿਬ ਨਹੀਂ ਬੋਲੇ। ਬੇਬੇ ਨਾਨਕੀ ਜੀ ਨੂੰ ਮਹਾਰਾਜ ਦੇ ਉੱਪਰ ਸ਼ਰਧਾ ਸੀਗੀ, ਉਹ ਗੁਰੂ ਸਾਹਿਬ ਨੂੰ ਆਪ ਦੇ ਕੋਲ ਸੁਲਤਾਨਪੁਰ ਲੋਧੀ ਲੈ ਗਏ। ਫਿਰ ਮਹਾਰਾਜ ਦਾ ਆਨੰਦ ਕਾਰਜ ਹੋਇਆ ਅਤੇ ਗੁਰੂ ਸਾਹਿਬ ਦੀ ਧਰਮ ਸੁਪਤਨੀ, ਉਹਨਾਂ ਦਾ ਸੁਭਾਅ ਵੀ ਕੁਝ ਸਖਤ ਸੀਗਾ। ਮਾਤਾ ਚੰਦੋ ਰਾਣੀ ਗੁਰੂ ਮਹਾਰਾਜ ਦੀ ਸੱਸ ਮਾਤਾ। ਸੋ ਗੁਰੂ ਸਾਹਿਬ ਨੂੰ ਕਈ ਬਚਨ ਵੱਧ ਘੱਟ ਬੋਲਤੇ, ਪਰ ਮਹਾਰਾਜ ਕੋਈ ਵੀ ਉੱਚਾ ਬਚਨ ਨਹੀਂ ਕਰਦੇ, ਵੱਡੇ ਸਮਝ ਕੇ ਸਤਿਕਾਰ ਕਰਦੇ। ਫਿਰ ਦੁਨੀਆ ਦੇ ਆਮ ਲੋਕਾਂ ਨੇ ਗੁਰੂ ਸਾਹਿਬ ਨੂੰ ਮਾਰਨ ਤੱਕ ਦਾ ਯਤਨ ਕੀਤਾ, ਪਰ ਮਹਾਰਾਜ ਨੇ ਉਹਨਾਂ ਦਾ ਭਲਾ ਹੀ ਕੀਤਾ। ਬੁਰੀਆਂ ਨਾਲ ਬੁਰਿਆਈ ਕਰਨੀ, ਮੁਆਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਅਸੀਂ ਚੰਗੇ ਨਹੀਂ ਹਾਂ, ਅਸੀਂ ਭਲੇ ਨਹੀਂ ਹਾਂ, ਅਸੀਂ ਸ੍ਰੇਸ਼ਟ ਨਹੀਂ ਹਾਂ। ਕਬੀਰ ਸਭ ਤੇ ਹਮ ਬੁਰੇ, ਸਭ ਤੋਂ ਬੁਰੇ ਅਸੀਂ ਹਾਂ। ਅਤੇ ਹਮ ਤਜ ਭਲੋ ਸਭ ਕੋਏ, ਸਾਨੂੰ ਛੱਡ ਕੇ ਸਾਰੇ ਹੀ ਚੰਗੇ ਨੇ। ਜਿਨ ਐਸਾ ਕਰ ਬੁਝਿਆ, ਜਿਨ੍ਹਾਂ ਨੇ ਇਸ ਤਰ੍ਹਾਂ ਸਮਝ ਲਿਆ ਮੀਤ ਹਮਾਰਾ ਸੋਏ, ਉਹੀ ਸਾਡਾ ਮਿੱਤਰ ਹੈ, ਬਾਕੀ ਹੋਰ ਸਾਡਾ ਕੋਈ ਕੁਝ ਨਹੀਂ ਲੱਗਦਾ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਤੁਸੀਂ ਵੀ ਐਸਾ ਨਿਸ਼ਚਾ ਕਰੋ ਕਿ ਅਸੀਂ ਭਲੇ ਸ੍ਰੇਸ਼ਟ ਨਹੀਂ ਹਾਂ ਅਤੇ ਕੋਈ ਵੀ ਬੁਰਾ ਪੈੜਾ ਨਹੀਂ ਹੈ। ਇੱਕ ਵਾਰ ਕ੍ਰਿਸ਼ਨ ਭਗਵਾਨ ਜੀ ਦੇ ਕੋਲ ਦੁਰਯੋਧਨ ਤੇ ਯੁਧਿਸ਼ਟਰ ਆਇਆ ਅਤੇ ਭਗਵਾਨ ਕਹਿਣ ਲੱਗੇ, ਕਹਿੰਦੇ ਇੱਕ ਸਾਡਾ ਕੰਮ ਕਰੋ। ਕਹਿੰਦੇ ਦੱਸੋ ਜੀ। ਯੁਧਿਸ਼ਟਰ ਨੂੰ ਕਹਿਣ ਲੱਗੇ, ਤੂੰ ਬੁਰਾ ਬੰਦਾ ਕੋਈ ਲੱਭ ਕੇ ਲਿਆ। ਦੁਰਯੋਧਨ ਨੂੰ ਕਹਿਣ ਲੱਗੇ, ਤੂੰ ਚੰਗਾ ਬੰਦਾ ਕੋਈ ਲੱਭ ਕੇ ਲਿਆ। ਸਵੇਰੇ ਦਰਸ਼ਨ ਕਰਨ ਮੱਥਾ ਟੇਕਣ ਗਏ ਸੀ। ਦੋਵਾਂ ਦੇ ਭੂਆ ਦੇ ਪੁੱਤ ਭਰਾ ਲੱਗਦੇ ਸੀ। ਦੁਰਯੋਧਨ ਦਾ ਵੀ ਭਰਾ ਸੀਗਾ ਅਤੇ ਯੁਧਿਸ਼ਟਰ ਦਾ ਵੀ, ਭੂਆ ਦਾ ਪੁੱਤਰ। ਅਤੇ ਪਰ ਇਹ ਜਿਹੜਾ ਕੰਮ ਹੈ ਸ਼ਾਮੀ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਕਰਨਾ ਹੈ। ਕਹਿੰਦੇ 7 ਬਚਨ ਜੀ। ਸਾਰੀ ਦਿਹਾੜੀ ਦੋਵੇਂ ਘੁੰਮ ਘੁਮਾ ਕੇ ਖਾਲੀ ਹੱਥੀਂ ਵਾਪਸ ਆ ਗਏ। ਕੋਈ ਨਾਲ ਨਾ ਲਿਆਂਦਾ। ਭਗਵਾਨ ਕਹਿਣ ਲੱਗੇ ਵੀ ਤੁਸੀਂ ਖਾਲੀ ਹੱਥੀਂ ਆ ਗਏ, ਇਕੱਲੇ ਆ ਗਏ, ਕੋਈ ਨਾਲ ਕਿਉਂ ਨਹੀਂ ਲਿਆਂਦਾ? ਤਾਂ ਯੁਧਿਸ਼ਟਰ ਕਹਿਣ ਲੱਗਾ, ਮਹਾਰਾਜ ਮੈਨੂੰ ਕੋਈ ਬੁਰਾ ਬੰਦਾ ਲੱਭਾ ਹੀ ਨਹੀਂ, ਕੋਈ ਲੱਭੂਗਾ ਤਾਂ ਹੀ ਲਿਆਊਂਗਾ, ਸਭ ਚੰਗੇ ਨੇ। ਕਹਿੰਦੇ ਹਾਂ ਬਈ ਦੁਰਯੋਧਨ, ਤੂੰ ਨਹੀਂ ਕੋਈ ਚੰਗਾ ਬੰਦਾ ਲਿਆਂਦਾ। ਕਹਿੰਦੇ ਕਿ ਚੰਗਾ ਕੋਈ ਹੈ ਹੀ ਨਹੀਂ, ਸਭ ਬੁਰੇ ਨੇ। ਕਹਿੰਦੇ ਵੇਖ ਲਓ, ਇਹ ਮਨ ਦੀਆਂ ਖੇਡਾਂ ਨੇ।
ਜਿਸ ਤਰ੍ਹਾਂ ਦਾ ਸਾਡਾ ਮਨ ਹੈ ਉਸੇ ਤਰ੍ਹਾਂ ਦੀ ਹੀ ਦੁਨੀਆ ਹੈ। ਸੋਰਠ ਮਹੱਲਾ ਪੰਜਵਾ। ਸੁਖੀਏ ਕੋ ਪੇਖੈ ਸਭ ਸੁਖੀਆ। ਜੇ ਮੈਂ ਸੁਖੀ ਹਾਂ ਤਾਂ ਮੈਂ ਸਮਝੂੰ ਤੁਸੀਂ ਵੀ ਸੁਖੀ ਹੋ। ਰੋਗੀ ਕਹਿ ਭਾਣੇ ਸਭ ਰੋਗੀ। ਜੇ ਮੈਂ ਰੋਗੀ ਹਾਂ ਮੇਰੇ ਭਾਣੇ ਤੁਸੀਂ ਵੀ ਰੋਗੀ ਹੋ। ਮਤਲਬ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜਿਸ ਤਰ੍ਹਾਂ ਦੀ ਸਾਡੀ ਨਿਗਾਹ ਹੈ ਉਸ ਤਰ੍ਹਾਂ ਦੀ ਹੀ ਦੁਨੀਆ ਆਪਾਂ ਸਮਝਦੇ ਹਾਂ। ਜੇ ਬੰਦਾ ਆਪ ਦੇ ਆਪ 'ਚ ਚੰਗਾ ਬਣ ਜਾਏ ਤਾਂ ਬੁਰਾ ਕੋਈ ਦਿਸੇਗਾ ਹੀ ਨਹੀਂ, ਅਤੇ ਜੇ ਕੋਈ ਬੁਰਾ ਮੱਥੇ ਲੱਗ ਵੀ ਗਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਉਹ ਚੰਗਾ ਹੀ ਬਣ ਕੇ ਪੇਸ਼ ਆਊਗਾ। ਅਗਲਾ ਵੈਸੇ ਸ਼ਰਮ ਕਰੂਗਾ ਵੀ ਇਹ ਤਾਂ ਬੰਦਾ ਭਲਾ ਮਾਨਸ, ਇਹ ਤਾਂ ਚੰਗਾ ਹੈ, ਮੈਂ ਇਹਦੇ ਨਾਲ ਸ਼ਰਾਰਤ ਕਿਵੇਂ ਕਰਾਂ। ਤੋ ਇਸ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਕਿ ਇਸ ਤਰ੍ਹਾਂ ਨਿਸ਼ਚੇ ਕਰੋ ਕਿ ਦੁਨੀਆ ਵਿੱਚ ਕੋਈ ਬੁਰਾ ਨਹੀਂ ਹੈ ਅਤੇ ਆਪਾਂ ਬਹੁਤੇ ਚੰਗੇ ਨਹੀਂ ਹਾਂ ਜਿੰਨੇ ਸਮਝ ਰਹੇ ਆਪਦੇ ਆਪ ਨੂੰ। ਪ੍ਰਣਵਤ ਨਾਨਕ ਤਾਰੇ ਸੋਏ। ਸਤਿਗੁਰੂ ਨਾਨਕ ਦੇਵ ਮਹਾਰਾਜ ਬੇਨਤੀ ਪੂਰਵਕ ਉਚਾਰਨ ਕਰਦੇ ਨੇ ਕਿ ਐਸੇ ਗੁਣ ਧਾਰਨ ਕਰਨ ਦੇ ਨਾਲ ਉਹ ਪਰਮੇਸ਼ਰ ਇਹ ਸੰਸਾਰ ਸਮੁੰਦਰ ਤੋਂ ਉਤਾਰ ਲਵੇਗਾ। ਇਹ ਉਪਦੇਸ਼ ਸੁਣ ਕੇ ਸਿੱਧ ਨਿਹਾਲ ਹੋ ਗਏ। ਗੁਰੂ ਜੀ ਉਹਨਾਂ ਦੇ ਪੀਰਨਾਮੇ ਤੀਰਥ ਤੋਂ ਅੱਗੇ ਨੂੰ ਵਿਦਾ ਹੋ ਗਏ। ਸੂਹੀ ਮਹੱਲਾ ਪਹਿਲਾ। ਪਹਿਲਾ ਸ਼ਬਦ ਸਮਾਪਤ ਹੋਇਆ ਹੈ। ਹੁਣ ਅਗਲਾ ਸ਼ਬਦ ਨਵੇਂ ਪ੍ਰਕਰਨ 'ਚ ਪ੍ਰਾਰੰਭ ਹੋ ਰਿਹਾ। ਸੂਹੀ ਰਾਗ ਦੇ ਵਿੱਚ ਮਹਾਰਾਜ ਉਚਾਰਦੇ ਨੇ। ਘਰ ਛੇਵਾਂ। ਚੈਪਟਰ ਵੀ ਬਦਲ ਗਿਆ, ਘਰ ਵੀ ਬਦਲ ਗਿਆ। ਪਹਿਲਾਂ ਦੂਜੇ ਘਰ 'ਚ ਸੀਗਾ, ਇਹ ਹੁਣ ਛੇਵੇਂ ਘਰ ਦੇ ਵਿੱਚ ਉਚਾਰ ਰਹੇ ਨੇ। ਇੱਕ ਓੰਕਾਰ। ਪ੍ਰਕਰਨ ਚੇਂਜ ਹੋਣ ਕਰਕੇ ਮੰਗਲ ਜ਼ਰੂਰ ਉਚਾਰਦੇ ਨੇ ਕਿ ਵਾਹਿਗੁਰੂ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਦੁਨੀਆ ਨੂੰ ਧਾਰਨਾ ਕੋਈ ਸੌਖਾ ਨਹੀਂ ਹੈ। ਸਤਿਗੁਰੂ ਜੀ ਦੀ ਆਪ ਦੀ ਕਮਾਈ ਹੈ। ਸੋ ਮਹਾਰਾਜ ਸਭ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰਦੇ ਨੇ। ਦੁਨੀਆ ਜੋ ਉਤਾਰਨੀ ਹੈ, ਜਿਸ ਉਪਦੇਸ਼ ਨੇ ਦੁਨੀਆ ਦਾ ਭਲਾ ਕਰਨਾ, ਉਹ ਉਪਦੇਸ਼ ਰੱਬ ਨੂੰ ਯਾਦ ਕਰਕੇ ਫਿਰ ਦੇਣਗੇ। ਸਤਿਗੁਰ ਪ੍ਰਸਾਦ। ਇੱਕ ਅਦਵੈਤ ਰੂਪ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਸਤ ਸਰੂਪ ਗੁਰ ਚੇਤਨ ਸਰੂਪ ਹੈ। ਪ੍ਰਸਾਦ ਸਾਰੇ ਸਵਾਦਾਂ ਤੋਂ ਪਰੇ ਉਹਦੇ ਨਾਮ ਦਾ ਆਨੰਦ ਹੈ। ਐਸੀ ਵਿਸ਼ੇਸ਼ਣਾ ਵਾਲਾ ਵਾਹਿਗੁਰੂ ਜੇ ਦਰਸ਼ਨ ਕਰਨੇ ਹੋਣ ਤਾਂ ਸਤਿਗੁਰੂ ਪ੍ਰਸਾਦ, ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਉਹ ਮਿਲ ਸਕਦਾ ਹੈ। ਜਲ ਕਹਾ ਚਿਲਕਣਾ। ਸਾਧ ਸੰਗਤ ਜੀਓ, ਜਿਸ ਸਮੇਂ ਸਤਿਗੁਰੂ ਸਾਹਿਬ ਜੀ ਭਾਈ ਬਾਲਾ ਤੇ ਮਰਦਾਨਾ ਜੀ ਸਮੇਤ ਖੁਰਮੇ ਸ਼ਹਿਰ ਦੇ ਪਾਸ ਪਹੁੰਚੇ, ਤਦੋਂ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਜੀ ਬਹੁਤ ਸੈਰ ਹੋ ਗਈ ਹੈ ਅਤੇ ਬਹੁਤ ਕੁਝ ਡਿੱਠਾ ਹੈ, ਹੁਣ ਆਪਣੇ ਘਰ ਨੂੰ ਚੱਲੀਏ। ਤਦ ਸੁਣ ਕੇ ਗੁਰੂ ਜੀ ਨੇ ਵਿਅੰਗ ਨਾਲ ਕਿਹਾ ਕਿ ਭਾਈ ਮਰਦਾਨਾ ਜੀ, ਤੈਨੂੰ ਸਦਾ ਆਪਣਾ ਘਰ ਹੀ ਯਾਦ ਆਉਂਦਾ ਰਹਿੰਦਾ, ਕਦੇ ਰੱਬ ਦਾ ਨਾਮ ਵੀ ਯਾਦ ਕਰ ਲਿਆ ਕਰ। ਜੇਕਰ ਤੈਨੂੰ ਘਰ ਹੀ ਜਾਣ ਦਾ ਬੜਾ ਸ਼ੌਂਕ ਹੈ, ਬੜੀ ਚਾਹਨਾ ਹੈ, ਤਾਂ ਅਸੀਂ ਬਿਨਾਂ ਦੇਰੀ ਤੋਂ ਤੈਨੂੰ ਪਹੁੰਚਾ ਦਿੰਦੇ ਹਾਂ, ਤੂੰ ਜਾ। ਤਾਂ ਭਾਈ ਮਰਦਾਨਾ ਜੀ ਨੇ ਕਿਹਾ ਵੀ ਮੈਂ ਤਾਂ ਸੁਭਾਵਿਕ ਹੀ ਕਿਹਾ ਸੀ, ਹੋ ਹੀ ਤੁਹਾਡੇ ਤੋਂ ਬਿਨਾਂ ਮੈਂ ਥੋੜ੍ਹਾ ਜਾਵਾਂਗਾ, ਜੀਵ ਨਹੀਂ ਸੀ ਲੱਗਦਾ ਮਹਾਰਾਜ ਤੋਂ ਬਗੈਰ। ਸਤਿਗੁਰਾਂ ਨੇ ਕਿਹਾ ਵੀ ਤੂੰ ਤਾਂ ਸਾਥੋਂ ਪਹਿਲਾਂ ਹੀ ਜਾਏਗਾ ਗੁਰਮੁਖਾ। ਮਹਾਰਾਜ ਤਾਂ ਦੀਆਂ ਗੱਲਾਂ ਕਰਨ ਲੱਗ ਪਏ। ਉਹ ਹੇਠਾਂ ਤੁਰਿਆ ਫਿਰੇ ਤਲਵੰਡੀ 'ਚ ਹੀ, ਅਤੇ ਮਹਾਰਾਜ ਨੇ ਉਹਨੂੰ ਸੱਚਖੰਡ ਵੀ ਪਹੁੰਚਾਤਾ। ਕਹਿੰਦੇ ਤੂੰ ਜਾ ਅਤੇ ਜਾ ਕੇ ਆਪਣਾ ਪਰਲੋਕ ਰੂਪੀ ਘਰ ਸੰਭਾਲ, ਤੂੰ ਸੰਸਾਰ ਦੇ ਬੰਧਨਾਂ ਤੋਂ ਛੁੱਟ ਚੁੱਕਾ ਭਾਈ ਮਰਦਾਨਾ ਜੀ, ਤੇਰਾ ਜਨਮ ਮਰਨ ਦਾ ਦੁੱਖ ਛੁੱਟ ਚੁੱਕਾ ਹੈ। ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਜੀ ਵੀ ਮੇਰਾ ਸਰੀਰ ਕਿਸ ਜਗ੍ਹਾ ਛੁੱਟੇਗਾ, ਮੈਂ ਤਾਂ ਚੇਤਾ ਹੀ ਭੁੱਲ ਗਿਆ, ਇਹ ਤਾਂ ਯਾਦ ਹੀ ਨਹੀਂ ਸੀਗਾ, ਮੈਂ ਤਾਂ ਉਹ ਤਲਵੰਡੀ ਦੀ ਗੱਲ ਕੀਤੀ। ਮੇਰੀ ਉਮਰ ਮਾਰੇ ਕਿੰਨੀ ਕੁ ਰਹਿ ਗਈ ਹੈ ਜੀ। ਸਤਿਗੁਰਾਂ ਨੇ ਕਿਹਾ, ਬਹੁਤ ਚੰਗੀ ਹੀ ਜਗ੍ਹਾ ਹੈ, ਤੇਰਾ ਸਰੀਰ ਛੁੱਟੇਗਾ
कुल 5 ਕੁ दिन तेरी उम्र बाकी रह गई है। भाई मरदाना जी ने कहा कि जब मेरा शरीर शांत होवेगा तो महाराज मेरी अरदास है कि तुसीं मेरे पास ही होवोगे ना, कल्ले तो नहीं छड्डोगे। महाराज कहते मैं कित्थे जाना, असीं तेरा सारा काम भुगता के जावांगे। इउं जद 4 दिन लंघ गए तो भाई मरदाने नूं सुपना आया कि जो इत्थे दबे जाते ने उन्होंने फिर परलोक च कढ़ के ते मुड़ के साड़िया जाता है। किवें भला? मिट्टी मुसलमान की पीड़ पई कुम्हार, कड़ पांडे इटां कीआं जल्दी करे पुकार। जल जल रोवे बपड़ी झड़ झड़ पवे अंगियार, नानक जिन करता कारण किया सो जाने करतार। तदों भाई मरदाने ने सतगुरां नूं कहा महाराज जी इंज करियो भी तुसीं आप दी मर्यादा नाल मेरा इत्थे अगन भेट संस्कारी कर दिओ, मैनूं मुसलमानी मत अनुसार दबिओ दुबिओ ना। सतगुरां ने कहा कि जिस तरह तेरी इच्छा भाई असीं उसे तरह ही करांगे। ते पर तू तो मुसलमान है, मुसलमान तो दबदे ने। कहंदा महाराज पहला मैं इस मड़ी च पिया रहा, इहो मृतक मड़ा शरीर है, शरीर भी तो एक मड़ा है, मड़ी है। तो मुड़ के फिर मोह नहीं छड्डिया, छड्डण तो बाद फिर इट्टां दी मड़ी च पा दिओगे। महाराज मेरा छुटकारा कराओ जी, इस मड़ी चों कढ के हुण आपदे चरनां च निवास बख्शो, शरीर नूं अगन भेट कर दिओ। महाराज कहंदे चंगा भाई इस तरह करांगे, पर हुण इत्थे खुरमे शहर दे विच चलीए, उत्थे तेरा खाण पीण बाकी रहिंदा ते तूं आपदा जिहड़ा लेखा जोखा खा पी ला, भुगत जावेगा। फिर फुरना ना करी, कोई फुरना हो गया दोबारा तो फिर जन्म लेना पऊगा, तो उत्थे ही तू शरीर त्यागना, उत्थे ही तेरी संतान वसेगी। श्री गुरु नानक प्रकाश ग्रंथ दे विच जिक्र आउंदा है, अब चल खुरमे नगर मझारा, तै तब खानो रहो आहारा, तजो शरीर जहाँ मरदाने संतत तो रह ते थाने। इंज सतगुरु जी भाई मरदाना जी नूं लैके खुरमे शहर विच पहुँच गए। भाई मरदाना जी ने गुरु साहब जी की आग्या पा के कुछ पदार्थ छकिया, फिर शहर तो बाहर बहुत सुंदर जी जगह के उपर जाके बैठ गए। सतगुरां ने कहा कि हुण दस भाई साहब तेरी कैसी अवस्था है, शरीर की की हालत है? भाई मरदाना जी ने कहा महाराज जी तुहाडी कृपा नाल हुण मैनूं सारा कुछ पता लग गया। मेरी धुन्नी दे विचों हवा की खंड खुल चुकी है, हुण केवल 9 कुछ श्वास बाकी रह गए ने। जिवें 9 अब श्वास आमने रहे, गिन देखो मैं कूर ना कहे। क्योंकि साध संगत जीव जद आपां श्वास लैंदे आ, सियाणिਆਂ ਦਾ कहना कि साडे मूँह तो सवा गिठ बाहर ਨੂੰ श्वास ਜਾਂਦਾ, उन्ना चिर शरीर बिना हवा तो खाली रहिंदा, पर शरीर मरदा क्यों नहीं? बिना श्वास चाहिदा, हवा निकल के बाहर चली गई, शरीर फिर भी जिउंदा। ਜਿਹੜੇ ਟੋਭੂ ਨੇ ਟੁਬਕੀ ਲਾਉਣ ਵਾਲੇ, ਉਹ ਨੱਕ ਫੜ ਕੇ ਟੁੱਬੀ ਲਾਉਂਦੇ ਨੇ, ਤੇ ਜਿੰਨਾ ਕਿਸੇ ਦਾ ਦਮ ਕਾਇਮ ਹੋਵੇ ਉਨਾ ਹੀ ਡੂੰਘਾ ਉਹ ਟੁੱਬੀ ਲਾ ਸਕਦਾ ਹੈ। ਤਾਰੀ ਬੰਦਾ ਉਨਾ ਲਾਊਗਾ ਜਿੰਨਾ ਉਹਦਾ ਦਮ ਕਾਇਮ ਹੋਊਗਾ। ਜੇ ਸਾਹ ਚੜ ਗਿਆ, ਦਮ ਟੁੱਟ ਗਿਆ, ਤੇ ਬੰਦਾ ਗਿਆ। ਆ ਭੱਜਣ ਵਾਲੇ ਵੀ ਦਮ ਨੂੰ ਬੜੇ ਤਰੀਕੇ ਨਾਲ ਰੋਕ ਕੇ ਰੱਖਦੇ ਨੇ। ਦਮ ਦੀ ਬੜੀ ਮਿਲਤ ਹੈ ਸਰੀਰ ਦੇ ਨਾਲ। शरीर जिउंदा किवें रहिंदा बिना दम तो, बिना साह तो? साध संगत जी साडी धुन्नी दे विच एक गंढ है, श्वासां दी गंढ। ਉਹਦਾ ਜਿਹੜਾ ਰਿਲੇਸ਼ਨ ਹੈ, ਜਿਹੜਾ ਸਵਾਸ ਬਾਹਰ ਗਿਆ ਹੈ, ਉਹ ਹਵਾ ਦਾ ਰਿਲੇਸ਼ਨ ਧੁੰਨੀ ਦੇ ਨਾਲ ਬਣਿਆ ਰਹਿੰਦਾ ਹੈ। ਜਦੋਂ ਗੰਢ ਖੁੱਲ ਗਈ ਤੇ ਧੁੰਨੀ ਵਾਲੀ ਹਵਾ ਬਿਲਕੁਲ ਹੀ ਖਤਮ ਹੋ ਕੇ ਬਾਹਰ ਨੂੰ ਚਲੀ ਗਈ, ਮੁੜ ਕੇ ਬਾਹਰ ਗਈ ਹਵਾ ਅੰਦਰ ਨਹੀਂ ਆਊਗੀ। ਵਾਹਿਗੁਰੂ ਦੇ ਹੁਕਮ ਮੁਤਾਬਕ इस तरह कहता महाराज मैनू पता लगा
ਤਾਂ ਗੁਰੂ ਸਾਹਿਬ ਨੇ ਆਖਿਆ ਭਾਈ ਬਾਲਿਆ ਇਹਦੇ ਸਾਹ ਗਿਣ। ਤੇ ਕਹਿੰਦਾ ਜੀ ਚੰਗਾ ਮਹਾਰਾਜ। ਭਾਈ ਬਾਲੇ ਨੇ 9 ਹੀ ਸਵਾਸ ਗਿਣੇ। ਕਹਿੰਦਾ ਵੇਖੋ ਮਹਾਰਾਜ ਮੇਰੇ 9 ਹੀ ਸਵਾਸ ਆਉਣਗੇ। ਤੇ 9 ਸਵਾਸਾਂ ਤੋਂ ਬਾਅਦ ਸਰੀਰ ਸ਼ਾਂਤ ਹੋ ਗਿਆ। ਭਾਈ ਬਾਲਾ ਜੀ ਕਹਿਣ ਲੱਗਾ ਮਹਾਰਾਜ ਇਹ ਹੁਣ ਚੜ੍ਹਦੀ ਕਲਾ 'ਚ ਚਲਾ ਗਿਆ। ਤਦੋਂ ਸਤਿਗੁਰਾਂ ਨੇ ਇੱਕ ਆਪਣਾ ਇੱਕ ਭਾਈ ਬਾਲੇ ਦਾ ਬਸਤਰ ਲੈ ਕੇ ਚੰਗੀ ਤਰ੍ਹਾਂ ਭਾਈ ਮਰਦਾਨੇ ਦੇ ਸਰੀਰ 'ਤੇ ਪਾ ਤਾ। ਫਿਰ ਬਹੁਤ ਸਾਰੀਆਂ ਲੱਕੜਾਂ ਇੱਕ ਤਾਂ ਇਕੱਠੀਆਂ ਕਰਕੇ ਉਹਦੇ ਉੱਪਰ ਭਾਈ ਮਰਦਾਨੇ ਦਾ ਸਰੀਰ ਆ ਕੇ ਉਹਨੂੰ ਅਗਨ ਭੇਟ ਕਰ ਦਿੱਤਾ। ਫਿਰ ਸਤਿਗੁਰੂ ਜੀ ਨਨਕਾਣਾ ਸਾਹਿਬ ਭਾਈ ਬਾਲਾ ਜੀ ਦੇ ਪਿਤਾ ਚੰਦਰਪਾਣ ਜੀ ਦੇ ਖੂਹ 'ਤੇ ਆ ਕੇ ਬੈਠ ਗਏ। ਤਦੋਂ ਭਾਈ ਮਰਦਾਨੇ ਦੇ ਪੁੱਤਰ 2 ਪੁੱਤਰ ਸੀਗੇ, ਇੱਕ ਸਜਾਦਾ ਦੂਜਾ ਰਜਾਦਾ। ਸਜਾਦਾ ਵੱਡਾ ਸੀਗਾ, ਰਜਾਦਾ ਛੋਟਾ ਸੀਗਾ। ਉਹ ਸ਼ਹਿਜ਼ਾਦੇ ਨੇ ਆ ਕੇ ਬੇਨਤੀ ਕੀਤੀ ਕਿ ਮੇਰਾ ਪਿਤਾ ਮਹਾਰਾਜ ਕਿੱਥੇ ਹੈ ਜੀ। ਗੁਰੂ ਸਾਹਿਬ ਨੇ ਕਿਹਾ ਕਿ ਇੱਕ ਖੁਰਮੇ ਸ਼ਹਿਰ ਵਿੱਚ ਤੇਰੇ ਪਿਤਾ ਨੇ ਸਰੀਰ ਤਿਆਗ ਦਿੱਤਾ ਹੈ ਅਤੇ ਅਸੀਂ ਤੈਨੂੰ ਦੱਸਣ ਆਏ ਹਾਂ। ਤੂੰ ਦੱਸ ਕੇ ਕਿਹੋ ਜਿਹਾ ਸਿਰੋਂ ਪਾਓ ਤੂੰ ਚਾਹੁੰਦਾ ਹੈ। ਅਸੀਂ ਤੈਨੂੰ ਵਡਿਆਈ ਦੇਣਾ ਚਾਹੁੰਦੇ ਹਾਂ, ਸਿਰੋਪਾ ਦੇਣਾ ਚਾਹੁੰਦੇ ਹਾਂ। ਜੇ ਤਾਂ ਤੂੰ ਚਾਹੁੰਦਾ ਤਾਂ ਜਿੰਨੀ ਮਰਜ਼ੀ ਮਾਇਆ ਚੁੱਕ। ਤੇਰਾ ਪਿਤਾ ਸਾਰੀ ਉਮਰ ਸਾਡੇ ਨਾਲ ਰਿਹਾ, ਦੱਸ ਕੀ ਚਾਹੁੰਦਾ। ਘਰ ਬਾਰ, ਮਾਇਆ ਧੇਲਾ, ਜ਼ਮੀਨ ਜਾਇਦਾਦ ਜੋ ਮੰਗੇਗਾ ਮੈਂ ਦੇਵਾਂਗਾ, ਪਰ ਜੇ ਤੂੰ ਮੇਰੀ ਖੁਸ਼ੀ ਚਾਹੁੰਦਾ ਹੈ ਤਾਂ ਤੂੰ ਦੱਸ। ਕਹਿਣ ਲੱਗਾ ਮਹਾਰਾਜ ਜੋ ਮੇਰੇ ਪਿਤਾ ਨੇ ਆਪ ਜੀ ਦੇ ਕੋਲੋਂ ਮੰਗਿਆ ਮੈਨੂੰ ਉਹ ਸਿਰੋਂ ਪਾ ਦਿਓ ਆਪ ਦੀ ਖੁਸ਼ੀ ਦਾ। ਜਿਸ ਤਰ੍ਹਾਂ ਮੇਰੇ ਪਿਤਾ ਨੂੰ ਆਪ ਨੇ ਬਖਸ਼ਿਸ਼ ਕੀਤੀ ਉਹੀ ਮੈਨੂੰ ਬਖਸ਼ ਦਿਓ ਜੀ, ਜਿਹੜਾ ਮੇਰੇ ਪਿਤਾ ਨੂੰ ਤੁਸੀਂ ਸਰੂਪਾ ਦਿੱਤਾ ਸੀਗਾ। ਤਦੋਂ ਗੁਰਾਂ ਨੇ ਕਿਹਾ ਤੇਰੇ ਪਿਤਾ ਨੇ ਸਾਥੋਂ ਮੰਗ ਕੇ ਦੇਹ ਸੰਸਕਾਰ ਦਾ ਸਿਰੋਪਾ ਲਿਆ ਸੀ, ਉਹੀ ਤੈਨੂੰ ਦਿੰਦੇ ਆ। ਤੁਸੀਂ ਸਾਰੀ ਅੰਸ਼ ਦੇ ਲੋਕ ਸੰਸਕਾਰ ਕਰਿਆ ਕਰੋ। ਉਹਨੇ 7 ਵਚਨ ਕਹਿ ਕੇ ਬੇਨਤੀ ਕੀਤੀ ਕਿ ਮੈਨੂੰ ਮੇਰੇ ਪਿਤਾ ਦੇ ਦੇਹ ਸੰਸਕਾਰ ਵਾਲੀ ਜਗ੍ਹਾ ਦਿਖਾਓ ਜੀ ਅਤੇ ਆਪ ਦੀਆਂ ਖੁਸ਼ੀਆਂ ਬਖਸ਼ੋ। ਤਦੋਂ ਸਤਿਗੁਰੂ ਜੀ ਉਹਨੂੰ ਨਾਲ ਲੈ ਕੇ ਖੁਰਮੇ ਸ਼ਹਿਰ ਵੱਲ ਚੱਲ ਪਏ ਅਤੇ ਰਸਤੇ ਵਿੱਚ ਤਲੰਬੇ ਸ਼ਹਿਰ ਕੋਲ ਪਹੁੰਚੇ। ਤਲੰਬੇ ਦੇ ਕੋਲ ਇੱਥੇ ਇੱਕ ਸੱਜਣ ਨਾਮ ਦਾ ਠੱਗ ਬੰਦਾ ਰਹਿੰਦਾ ਸੀਗਾ, ਜਿਹੜਾ ਕੱਪੜੇ ਤਾਂ ਵੈਸ਼ਨੋ ਵਾਲੇ ਪਾਉਂਦਾ ਸੀਗਾ, ਪੰਡਤਾਂ ਵਾਲੇ ਟਿੱਕੇ ਟੁੱਕੇ ਲਾਉਂਦਾ। ਮੰਦਰ ਵੀ ਬਣਾਇਆ, ਮਸੀਤ ਵੀ ਬਣਾਈ, ਲੰਗਰ ਪਾਣੀ ਵੀ ਚਲਾਉਂਦਾ। ਤੋ ਜਿਵੇਂ ਕਬੂਤਰਾਂ ਨੂੰ ਮਾਰਨ ਲਈ ਦਾਣਾ ਪਾ ਕੇ ਇਕੱਠੇ ਕਰੀਦੇ, ਇੰਝ ਉਹਦਾ ਸੁਭਾਅ ਸੀਗਾ। ਸ਼ਹਿਜ਼ਾਦੇ ਨੇ ਕਿਹਾ ਮਹਾਰਾਜ ਜੀ ਮੈਨੂੰ ਭੁੱਖ ਬੜੀ ਲੱਗੀ ਹੋਈ ਹੈ, ਮੈਂ ਕੁਝ ਖਾ ਆਵਾਂ। ਤਦੋਂ ਆਗਿਆ ਪਾ ਕੇ ਉਹਨੂੰ ਸੱਜਣ ਠੱਗ ਦੇ ਕੋਲ ਉਹਨੇ ਆ ਕੇ ਬੇਨਤੀ ਕੀਤੀ ਕਿ ਮੈਂ ਬਹੁਤ ਦੂਰ ਤੋਂ ਆਇਆ, ਮੈਨੂੰ ਭੁੱਖ ਲੱਗੀ ਹੈ, ਕੁਝ ਖਾਣ ਲਈ ਦੇ। ਮਹਾਰਾਜ ਨੇ ਸਮਝਾਇਆ ਸੀ ਵੀ ਸ਼ਹਿਜ਼ਾਦਿਆ ਇੱਥੇ ਲੋਕ ਬੜੇ ਮਾੜੇ ਰਹਿੰਦੇ ਨੇ ਅਤੇ ਤੂੰ ਕਿਸੇ ਦੇ ਮਗਰ ਨਾ ਲੱਗੀ ਅਤੇ ਛੇਤੀ ਆ ਜਾਈਂ ਵੀਰ ਬਣ ਕੇ, ਸਾਨੂੰ ਕਾਹਲੀ ਬੜੀ ਹੈ, ਬਹੁਤਾ ਲੰਮਾ ਟਾਈਮ ਨਾ ਲਈ। ਉਹ ਸੱਜਣ ਦੇ ਕਾਬੂ ਆ ਗਿਆ ਜੀ। ਉਹ ਠੱਗ ਨੇ ਕਿਹਾ ਵੀ ਤੇਰੇ ਬਸਤਰ ਬੜੇ ਸੁੰਦਰ ਪਾਏ ਹੋਏ ਨੇ, ਤੇਰਾ ਜਜਮਾਨ ਤੇਰੇ ਨਾਲੋਂ ਵੱਡਾ ਹੈ ਕਿ ਛੋਟਾ ਹੈ, ਜਾਂ ਮੇਰੇ ਨਾਲੋਂ ਵੱਡਾ ਕਿ ਛੋਟਾ। ਉਹਨੇ ਕਿਹਾ ਵੀ ਮੇਰਾ ਜਜਮਾਨ ਤਾਂ 3 ਲੋਕਾਂ ਦਾ ਮਾਲਕ ਹੈ। ਇਹ ਸੁਣ ਕੇ ਸੱਜਣ ਠੱਗ ਨੇ ਆਪਣੇ ਆਦਮੀ ਬੁਲਾ ਕੇ ਕਿਹਾ ਕਿ ਕਿਸੇ ਵੱਡੇ ਜਜਮਾਨ ਦਾ ਗਵਈਆ, ਇਹਦੀ ਚੰਗੀ ਤਰ੍ਹਾਂ ਸੇਵਾ ਕਰੋ, ਆਪੇ ਲੱਭਣ ਉਹ ਵੀ ਆਊਗਾ ਅਤੇ ਉਹਨੂੰ ਵੀ ਫਿਰ ਫੜਾਂਗੇ, ਆਪਾਂ ਦੋਵਾਂ ਨੂੰ ਲੁੱਟਾਂਗੇ। ਉਹ ਸ਼ਹਿਜ਼ਾਦੇ ਨੂੰ ਭੋਜਨ ਦੇ ਬਹਾਨੇ ਅੰਦਰ ਲੈ ਗਏ ਅਤੇ ਅੰਦਰ ਜਾ ਕੇ ਪਾਣੀ ਦਾ ਘੁੱਟ ਵੀ ਨਹੀਂ ਪਿਆਇਆ, ਮੁਸ਼ਕਾਂ ਬੰਨ੍ਹ ਦਿੱਤੀਆਂ। ਮੈਨੂੰ ਪਹਿਲਾਂ ਪਤਾ ਨਹੀਂ ਸੀ ਹੁੰਦਾ ਵੀ ਮੁਸ਼ਕਾਂ ਬੰਨ੍ਹਣੀਆਂ ਕਿਹਨੂੰ ਕਹਿੰਦੇ ਨੇ। ਬਾਹਾਂ ਨੂੰ ਪਿੱਠ ਪਿੱਛੇ ਬੰਨ੍ਹਣ ਦਾ ਨਾਮ ਹੈ ਮੁਸ਼ਕਾਂ ਬੰਨ੍ਹਣੀਆਂ। ਪਿੱਠ ਪਿੱਛੇ ਬਾਹਾਂ ਬੰਨ੍ਹ ਦਿੱਤੀਆਂ ਅਤੇ ਡਰਾ ਧਮਕਾ ਕੇ ਉਹਦੇ ਕੱਪੜੇ ਵਿਚਾਰੇ ਦੇ ਲਵਾ ਲਏ ਬਿਨਾਂ ਕੱਪੜਿਆਂ ਤੋਂ। ਤਦੋਂ ਸ਼ਹਿਜ਼ਾਦੇ ਨੇ ਸਤਿਗੁਰਾਂ ਨੂੰ ਚੇਤੇ ਕੀਤਾ। ਇੱਧਰ ਸਤਿਗੁਰਾਂ ਨੇ ਭਾਈ ਬਾਲੇ ਨੂੰ ਕਿਹਾ ਕਿ ਸ਼ਹਿਜ਼ਾਦਾ ਵੀ ਆਪਣੇ ਪਿਤਾ ਵਾਂਗ ਫੜਿਆ ਗਿਆ ਹੀ। ਉਹ ਭਾਈ ਬਾਲਿਆ ਘਰੋਂ ਨਿਕਲਦਿਆਂ ਸਾਰ ਵੀ ਉਹਨੇ ਵੀ ਆਪ ਦਾ ਕੰਮ ਸ਼ੁਰੂ ਕਰ ਦਿੱਤਾ। ਚੱਲ ਉਹਨੂੰ ਛੁਡਾ ਕੇ ਲਿਆਈਏ, ਕਿਉਂਕਿ ਸਾਨੂੰ ਨਾਲ ਲਏ ਦੀ ਲਾਜ ਹੈ। ਉੱਥੇ ਜਾ ਕੇ ਸਤਿਗੁਰਾਂ ਨੇ ਕਿਹਾ ਸੱਜਣਾ
ਉਹ ਸੱਜਣਾ ਕਹਿੰਦਾ ਹਾਂਜੀ ਦੱਸੋ। ਕਹਿੰਦੇ ਸਾਡਾ ਇੱਕ ਬੰਦਾ ਆਇਆ ਸੀਗਾ, ਉਹਨੂੰ ਤੂੰ ਕਿੱਥੇ ਲੁਕਾਇਆ ਹੈ? ਕਹਿੰਦਾ ਜੀ ਮੇਰੇ ਕੋਲ ਤਾਂ ਕੋਈ ਆਇਆ ਨਹੀਂ, ਮੈਂ ਕਿੱਥੇ ਲੁਕਾਉਣਾ? ਜੇ ਯਕੀਨ ਨਹੀਂ ਆਉਂਦਾ ਤਾਂ ਅੰਦਰ ਜਾ ਕੇ ਵੇਖ ਲਓ। ਤਦੋਂ ਸਤਿਗੁਰਾਂ ਨੇ ਕਿਹਾ ਭਾਈ ਬਾਲਾ ਜੀ ਅੰਦਰ ਜਾ ਕੇ ਸ਼ਹਿਜ਼ਾਦੇ ਨੂੰ ਲੈ ਕੇ ਆਓ, ਇਹ ਵੈਸ਼ਨੋ ਦਾ ਮੂੰਹ ਕਾਲਾ ਕਰੀਏ। ਤਦ ਭਾਈ ਬਾਲਾ ਜੀ ਨੇ ਅੰਦਰ ਜਾ ਕੇ ਸ਼ਹਿਜ਼ਾਦੇ ਨੂੰ ਆਪਣਾ ਬਸਤਰ ਦੇ ਕੇ ਬੁੱਕਲ ਮਰਾ ਕੇ ਬਾਹਰ ਲਿਆਂਦਾ। ਤਾਂ ਸ਼ਹਿਜ਼ਾਦੇ ਨੇ ਸਤਿਗੁਰਾਂ ਪਾਸ ਆ ਕੇ ਕਿਹਾ ਮਹਾਰਾਜ ਇਹ ਤਾਂ ਬਾਹਰੋਂ ਹੀ ਵੈਸ਼ਨੋ ਬਣੀ ਬੈਠਾ ਪਰ ਅੰਦਰੋਂ ਤਾਂ ਬੜਾ ਠੱਗ ਹੈ, ਅਤੇ ਇਹਦੇ ਵਰਗਾ ਕੋਈ ਪਾਪੀ ਨਹੀਂ ਹੋਣਾ। ਮੈਨੂੰ ਰੋਟੀ ਦੇ ਬਹਾਨੇ ਅੰਦਰ ਖੜ ਕੇ ਮੇਰੇ ਕੱਪੜੇ ਇਹਨੇ ਲੁਹਾ ਲਏ ਅਤੇ ਮੈਨੂੰ ਤਾੜਨਾ ਬੜੀ ਕੀਤੀ ਹੈ। ਹੋਰ ਵੀ ਧਨ ਜਿੱਥੇ ਰੱਖਿਆ ਕਹਿੰਦੇ ਉਹ ਦੱਸ ਦੇ। ਜੇ ਤੁਸੀਂ ਸਰਬ ਕਲਾ ਸਮਰੱਥ ਨਾ ਹੁੰਦੇ, ਮੈਨੂੰ ਨਾ ਬਚਾਉਂਦੇ ਵੀ ਇਹਨੇ ਤਾਂ ਮੈਨੂੰ ਮਾਰ ਕੱਤਣਾ ਸੀਗਾ। ਇਹ ਸੁਣ ਕੇ ਉਹ ਸੱਜਣ ਠੱਗ ਬੜਾ ਹੀ ਲੱਜਤ ਸ਼ਰਮਸ਼ਾਰ ਹੋਇਆ। ਉਹਦਾ ਮਤਲਬ ਵੀ ਇਹ ਆਮ ਹੀ ਇਨਸਾਨ ਨੇ। ਪਰ ਸਤਿਗੁਰੂ ਜੀ ਅੰਦਰ ਜਾਮੀ, ਉਹਨੇ ਨੀਵੀਂ ਧੌਣ ਕਰ ਲਈ, ਮੂੰਹ ਤੋਂ ਕੋਈ ਬੋਲ ਨਾ ਆਵੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਸਾਰਾ ਪ੍ਰਸੰਗ ਲਿਖਿਆ ਹੋਇਆ। ਚੀਰ ਉਤਾਰ ਸਾਸਨਾ ਦੀਨੀ, ਐਸੋ ਤੀਬਰ ਪਾਪ ਮਤ ਪੀਨੀ, ਜਿਉਂ ਜਿਉਂ ਕਹਿਤ ਬਚਨ ਟਿਕ ਸੋਏ, ਤਿਉਂ ਤਿਉਂ ਸੱਜਣ ਲੱਜਤ ਹੋਏ। ਨੀਚ ਗਰੀਬ ਜੇ ਬੋਲ ਨਾ ਆਵੈ, ਕੈਸੋ ਦੁਰੈ ਨ ਮਿਸਕੋ ਪਾਵੈ, ਲੱਜਤ ਹੋਇਓ ਦੇਖ ਮਹਾਨਾ, ਤੇਸ਼ਨ ਸ੍ਰੀ ਗੁਰ ਸ਼ਬਦ ਬਖਾਨਾ। ਇੰਝ ਸੱਜਣ ਠੱਗ ਨੂੰ ਬਹੁਤ ਸ਼ਰਮਸ਼ਾਰ ਹੋਇਆ ਵੇਖ ਕੇ ਉਹਦੀ ਵੀ ਕਲਿਆਣ ਕਰਨ ਲਈ ਸੂਹੀ ਰਾਗ ਦੇ ਅੰਦਰ ਗੁਰੂ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਕਥਾ ਕਰਨ ਦਾ ਟਾਈਮ ਦਾ ਹੁਣ ਗਿਆ ਜੇ ਮੁੱਕ, ਅਤੇ ਬਸ ਸ਼ਬਦ ਦੇ ਦਰਸ਼ਨ ਕਰੀਏ, ਪਾਠ ਸੁਣੀਏ ਸਿੰਘ ਦੇ ਕੋਲੋਂ, ਅਤੇ ਫਤਿਹ ਬੁਲਾਈਏ। ਕਥਾ ਕੱਲ੍ਹ ਨੂੰ ਕਰਾਂਗੇ ਜੀ। ਸਤਿਗੁਰੂ ਸਾਹਿਬ ਰਹਿਮਤ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨ ਜੀ। ਭੁੱਲਾਂ ਚੁੱਕਾਂ ਮੇਰੀਆਂ ਸਮਝ ਕੇ ਜਿੱਥੇ ਬੈਠੇ ਹੋ ਦਰੀ ਥੱਲੇ ਦੱਬ ਜਾਣੀਆਂ, ਔਰ ਗੁਰੂ ਕਾ ਉਪਦੇਸ਼ ਸਮਝ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਧਿਆਨ ਧਾਰ ਕੇ ਉਪਦੇਸ਼ ਸਿੱਖਿਆਵਾਂ ਆਪਦੇ ਘਰਾਂ ਦੇ ਵਿੱਚ ਆਪਦੇ ਬੱਚਿਆਂ ਵਿੱਚ ਲਿਜਾ ਕੇ ਵੰਡਣੀਆਂ। ਸਤਿਗੁਰੂ ਰਹਿਮਤ ਕਰਨ ਜੀ। ਆਓ ਸ਼ਬਦ ਦਾ ਪਾਠ ਸੁਣੋ। ਸੂਹੀ ਮਹੱਲਾ ਪਹਿਲਾ ਘਰ ਛੇਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਆ ਚਿਲਕਣਾ ਘੋਟਿਮ ਕਾਲੜੀ ਮਸ। ਧੋਤਿਆ ਝੂਠ ਨਾ ਉਤਰੈ, ਜੇ ਸੋ ਧੂਵਾ ਤਿਸ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਨ। ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦੇ ਸਨ ਰਹਾਉ। ਕੋਠੇ ਮੰਡਪ ਮਾੜੀਆਂ ਪਸ ਹੋ ਚਿਤਵੀਆ। ਢੱਠੀਆਂ ਕੰਮ ਨਾ ਆਵਨੀ ਵਿੱਚ ਹੋ ਸਖਣੀਆਂ। ਬੱਗਾ ਬੱਗੇ ਕਪੜੇ ਤੀਰਥ ਮਝ ਵਸਾਨਾ। ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਨਾ। ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲਾਨਾ। ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਾਨਾ। ਅੰਦੁਲੈ ਭਾਰੇ ਉਠਾਇਆ ਡੂਗਰ ਬਾਟ ਬਹੁਤ। ਅੱਖੀ ਲੋੜੀ ਨਾਲ ਹਉ ਚੜ ਲੰਘਾ ਕਿਤ। ਚਾਕਰੀਆਂ ਚੰਗਿਆਈਆਂ ਆਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ
ਬਧਾ ਛੁਟ ਹੈ ਜਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬਧਾ ਛੁਟੈ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।